ਅੱਜ ਦੀ ਅਸੀਂ ਕਾਨਫਰੰਸ ਜਿਹੜੀ ਹੈਗੀ ਹੈ ਓਮੈਕਸ ਕਾਸੀਆ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੈ। ਕਾਸੀਆ ਪ੍ਰੋਜੈਕਟ ਹੈ ਜਿਹੜਾ ਇਹ ਓਮੈਕਸ ਦਾ ਨਿਊ ਚੰਡੀਗੜ੍ਹ ਦੇ ਵਿੱਚ ਫੇਜ਼ 3 ਦੇ ਵਿੱਚ ਇਹ ਪ੍ਰੋਜੈਕਟ ਉਹਨਾਂ ਨੇ ਲਿਆ ਹੋਇਆ ਹੈ ਜਿਹੜਾ ਕਿ ਇਨਕੰਪਲੀਟ ਹੈ। ਅੱਜ ਇਸ ਮੀਟਿੰਗ ਦੇ ਵਿੱਚ ਮੈਂ ਐਜ਼ ਪ੍ਰੈਜ਼ੀਡੈਂਟ ਡਾਕਟਰ GS ਗਿੱਲ, ਮਿਸਟਰ ਅਜੇ ਐਜ਼ ਜੁਆਇੰਟ ਸੈਕਟਰੀ, ਮਿਸਟਰ ਰਣਜੀਤ ਸਿੰਘ ਉੱਪਲ ਐਜ਼ ਸੈਕਟਰੀ ਐਂਡ ਬਾਕੀ ਸਾਡੇ ਸਾਰੇ ਮੈਂਬਰ ਸ਼ਾਮਲ ਹੋਏ ਹੈ। ਅੱਜ ਅਸੀਂ ਆਏ ਹੈਗੇ ਆ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਬਿਲਡਰ ਨੇ ਸਾਡੀ ਕੋਈ ਡਿਮਾਂਡ ਪੂਰੀ ਨਹੀਂ ਕੀਤੀ। ਸਾਡੀਆਂ ਜਿਹੜੀਆਂ ਜੈਨੂਅਨ ਡਿਮਾਂਡਸ ਹੈ, ਸਭ ਤੋਂ ਵੱਡੀ ਤਾਂ ਇਹ ਹੈ ਸਾਡੀਆਂ ਡਿਮਾਂਡਸ 3 ਕੈਟੇਗਰੀ 'ਚ ਰੱਖ ਸਕਦੇ ਹੋ ਤੁਸੀਂ। ਇੱਕ ਤਾਂ ਇਹ ਕਿ ਜਿਹੜੀ ਉਹਨਾਂ ਨੇ ਕੰਸਟਰਕਸ਼ਨ ਕੀਤੀ ਹੈ ਉਹ ਸਾਰੀ ਪੂਰਾ ਤੁਹਾਨੂੰ ਸਲਾਈਡ ਦੇ ਵਿੱਚ ਦਿਖਾ ਦਿੱਤਾ ਗਿਆ ਹੈ, ਠੀਕ ਹੈ। ਦੂਸਰੀ ਡਿਮਾਂਡ ਸਾਡੀ ਇਹ ਹੈ ਕਿ ਜਿਹੜਾ ਸਾਥੋਂ ਪੈਸਾ ਲਿਆ ਉਹਨਾਂ ਨੇ ਸਪੈਸ਼ਲ ਪਰਪਸ ਵਾਸਤੇ, ਫਾਰ ਐਗਜ਼ਾਮਪਲ ਕਲੱਬ ਵਾਸਤੇ ਉਹਨਾਂ ਨੇ ਲੱਖ ਰੁਪਈਆ ਲਿਆ, ਜਨਰੇਟਰ ਵਾਸਤੇ ਅਨਇੰਟਰਪਟਡ ਸਪਲਾਈ ਵਾਸਤੇ ਲੱਖ ਰੁਪਈਆ ਲਿਆ, ਔਰ ਮੀਟਰ ਦੇਣ ਵਾਸਤੇ ਉਹਨਾਂ ਨੇ ਸਾਥੋਂ 40 ਹਜ਼ਾਰ ਰੁਪਈਆ ਲਿਆ। ਇਹ ਤਿੰਨੋਂ ਜਿਹੜੇ ਉਹਨਾਂ ਨੇ ਸਾਥੋਂ ਪੈਸੇ ਇਕੱਠੇ ਕੀਤੇ ਔਰ ਤਿੰਨੋਂ ਪ੍ਰੋਡਕਟ ਸਾਨੂੰ ਅਜੇ ਤੱਕ ਡਿਲੀਵਰ ਨਹੀਂ ਕੀਤੇ। 4 ਸਾਲ ਹੋ ਗਏ ਸਾਨੂੰ ਰਹਿੰਦਿਆਂ ਨੂੰ ਤੇ 10 ਸਾਲ ਹੋ ਗਏ ਸਾਨੂੰ ਬੁਕਿੰਗ ਕਰਾਏ ਨੂੰ। ਤੀਸਰੀ ਕੈਟੇਗਰੀ ਇਹ ਹੈ ਕਿ ਜਿਹੜੀ ਫੈਸਿਲਿਟੀ ਪਲੱਸ ਏਜੰਸੀ ਉਹਨਾਂ ਨੇ ਬਣਾਈ ਹੈ ਰੋਜ਼ ਦੀ ਦੇਖਭਾਲ ਕਰਨ ਵਾਸਤੇ, ਉਹਦੇ ਵਿੱਚ ਉਹਨਾਂ ਨੇ ਸਿਰਫ ਇੱਕ ਗਾਰਬੇਜ ਚੁੱਕਣ ਆਉਂਦੇ ਆ, ਉਹ ਵੀ ਚੁੱਕਦੇ ਆ ਇੱਕ ਓਪਨ ਟਰਾਲੀ ਹੈ, ਕਵਰਡ ਟਰਾਲੀ ਨਹੀਂ ਹੈ, ਓਪਨ ਟਰਾਲੀ ਹੈ, ਉਹਦੇ ਵਿੱਚ ਸਿੱਟੀ ਜਾਂਦੇ ਆ, ਉਹ ਕੁਝ ਖਿੱਲਰ ਜਾਂਦਾ ਕੁਝ ਲੈ ਜਾਂਦਾ, ਉਹ ਸਰਵਿਸ ਦੇ ਰਹੇ, ਹੋਰ ਕੋਈ ਸਰਵਿਸ ਨਹੀਂ ਦੇ ਰਹੇ। ਅਸੀਂ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਨਾਲ ਚਿੱਠੀ ਵਿਹਾਰ ਕੀਤਾ, ਪੱਤਰ ਵਗੈਰਾ ਲਿਖਦੇ ਰਹੇ। ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਮੀਟਿੰਗ ਲਈ ਬੁਲਾਇਆ। ਸਾਡੀਆਂ ਬੜੀਆਂ ਕੋਸ਼ਿਸ਼ਾਂ ਦੇ ਬਾਅਦ ਪਹਿਲਾਂ ਤਾਂ ਮੀਟਿੰਗ ਹੀ ਨਹੀਂ ਸੀ ਕਰ ਰਹੀ। ਜਦੋਂ ਅਸੀਂ ਮੀਟਿੰਗ 'ਤੇ ਗਏ ਤਾਂ ਉੱਥੇ ਇਹਨਾਂ ਨੇ ਸਾਡੇ ਨਾਲ ਐਗਰੀਮੈਂਟ ਕਰ ਲਿਆ, ਸਾਈਨਡ ਐਗਰੀਮੈਂਟ ਦਿਖਾਇਆ ਗਿਆ ਤੁਹਾਨੂੰ ਸਾਰਿਆਂ ਨੂੰ। ਉਸ ਐਗਰੀਮੈਂਟ 'ਤੇ ਇਹ ਮੁੱਕਰ ਗਏ। ਉਹਦੇ 'ਚ ਜੋ ਵਾਅਦੇ ਕੀਤੇ ਸੀ ਟਾਈਮ ਲਾਈਨ ਦੇ ਮੁਤਾਬਕ ਉਹ ਪੂਰੇ ਨਹੀਂ ਹੋਏ। ਦਸੰਬਰ 2008 ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਦੇ ਨਾਲ ਉੱਥੇ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਕਿ ਤੁਸੀਂ 50% ਕੈਮ ਦੇ ਦਿਓ, ਅਸੀਂ ਤੁਹਾਡੇ ਸਾਰੇ ਕੰਮ ਕਰ ਦਿਆਂਗੇ। ਅਸੀਂ 50% ਕੈਮ ਹੁੰਦਾ ਕਾਮਨ ਏਰੀਆ ਮੇਨਟੇਨੈਂਸ ਚਾਰਜਸ, ਉਹ ਅਸੀਂ ਦਿੰਦੇ ਰਹੇ। ਪਰ ਇਹਨਾਂ ਨੇ ਆਪਦੇ ਜਦੋਂ ਟਾਈਮ ਲਾਈਨ ਦੇ ਮੁਤਾਬਕ ਸਾਡੇ ਸਾਰੇ ਕੰਮ ਨਹੀਂ ਕੀਤੇ ਤਾਂ ਅਸੀਂ ਫਿਰ ਇਹਨਾਂ ਦੇ ਨਾਲ ਬੈਠ ਕੇ ਮੀਟਿੰਗਾਂ ਕਰਦੇ ਰਹੇ। ਕਈ ਵਾਰ 1 ਸਾਲ ਤਾਂ ਮੈਂ ਤੁਹਾਨੂੰ ਇਹੋ ਜਿਹੀ ਐਗਜ਼ਾਮਪਲ ਦਿੰਦਾ, 1 ਸਾਲ ਤਾਂ ਇਹਨਾਂ ਨੂੰ ਸਾਡੇ ਬੇਨਤੀਆਂ ਕਰਦੇ ਨੂੰ ਲੰਘਿਆ, ਸਾਡੇ ਨਾਲ ਮੀਟਿੰਗ ਕਰੋ। ਉਸ ਮੀਟਿੰਗ ਵਾਸਤੇ ਜੀ ਵੈਲ ਨੋਟ ਇਮੈਜਿਨ ਸਾਨੂੰ ਰਿਟਾਇਰਡ ਫਾਰਮਰ ਮਿਨਿਸਟਰ ਕਾਂਗਰਸ ਦੇ ਹੈਗੇ ਉਹਨਾਂ ਨੂੰ ਵੀ ਵਿੱਚ ਪਾਉਣਾ ਪਿਆ ਕਿ ਸਾਡੇ ਨਾਲ ਜੀ ਮੀਟਿੰਗ ਨਹੀਂ ਕਰਦੇ। ਹੁਣ ਇੱਕ ਕਸਟਮਰ ਹੈ ਜਿਹੜਾ ਉਹ ਕੰਪਨੀ ਨੂੰ ਕਹਿ ਰਹੀ ਮੀਟਿੰਗ ਕਰ ਲਓ, ਮੀਟਿੰਗ ਨਹੀਂ ਕਰਨ ਨੂੰ ਤਿਆਰ। ਐਟਲੀਸਟ ਸਾਡੀਆਂ ਐਫਰਟਸ ਨਾਲ ਮੀਟਿੰਗ ਸ਼ੁਰੂ ਹੋਈਆਂ। ਉਹਨਾਂ ਮੀਟਿੰਗ ਦੇ ਵਿੱਚ ਫਿਰ ਇਹਨਾਂ ਨੇ ਨਵੇਂ ਪ੍ਰੋਮਿਸਿਸ ਕੀਤੇ ਪਰ ਉਹ ਵੀ ਉਹਨਾਂ ਨੇ ਪੂਰੇ ਨਹੀਂ ਕੀਤੇ। ਫਿਰ ਅਸੀਂ ਇਹ ਪਿਛਲੇ 31 ਅਗਸਤ ਤੱਕ ਜਿਹੜੀ ਉਹਨਾਂ ਨੇ ਸਾਨੂੰ ਟਾਈਮ ਲਾਈਨ ਦਿੱਤੀ ਸੀ, ਆ ਜਿਹੜਾ 31 ਅਗਸਤ ਹੈ, ਉਹ ਜਿਹੜੀ ਟਾਈਮ ਲਾਈਨ ਦਿੱਤੀ ਸੀ ਸਾਰੇ ਕੰਮਾਂ ਕਰਨ ਦੀ, ਉਹ ਸਾਰੇ ਕੰਮ ਜਨਰੇਟਰ ਇਨਕਲੂਡਿੰਗ ਕਲੱਬ ਦੀ ਸ਼ੁਰੂਆਤ ਹੋਰ ਸਾਰੇ। ਫਿਰ ਅਸੀਂ ਉਸ ਤੋਂ ਬਾਅਦ ਇਹ ਸੋਚਿਆ ਕਿ ਸਾਨੂੰ ਪ੍ਰੈਸ ਦੇ ਵਿੱਚ ਜਾ ਕੇ ਸਾਡੀਆਂ ਡਿਮਾਂਡਾਂ ਜਿਹੜੀਆਂ ਉਹ ਹਾਈਲਾਈਟ ਕਰਨੀਆਂ ਚਾਹੀਦੀਆਂ। ਇਸ ਕਰਕੇ ਅਸੀਂ ਅੱਜ ਇੱਥੇ ਆਏ। ਤੁਸੀਂ ਹਾਈ ਰਾਈਜ਼ ਦੀ ਗੱਲ ਕਰ ਰਹੇ ਹੋ ਜਾਂ ਤੁਹਾਡੇ ਇੰਡੀਵਿਜੂਅਲ? ਨਹੀਂ, ਇਹ ਓਮੈਕਸ ਕਾਸੀਆ ਦੀ ਗੱਲ ਹੋ ਰਹੀ ਹੈ ਫੇਜ਼ 3। ਇਹਦੇ ਵਿੱਚ ਇੰਡੀਵਿਜੂਅਲ ਪਲਾਟਸ ਨੇ ਐਂਡ ਅਪਾਰਟ ਫਰਮ ਦੈਟ G+2 ਬਿਲਡਿੰਗ ਨੇ ਵਿਚ ਕਮਸ ਅੰਡਰ ਲੈਸ ਦੈਨ 15 ਮੀਟਰ ਅਪਾਰਟਮੈਂਟਸ। ਸੋ ਅਗਰ ਅਸੀਂ ਕਹਿ ਰਹੇ ਹਾਂ ਕਿ ਫਾਇਰ ਦਾ NOC ਕਿਵੇਂ ਮਿਲਿਆ, ਫਾਇਰ ਦੀ ਰਿਕੁਆਇਰਮੈਂਟ ਕੀ ਨੇ, NBC ਨੈਸ਼ਨਲ ਬਿਲਡਿੰਗ ਕੋਡ ਵਿਚ ਇਜ਼ ਟੂ ਬੀ ਫੋਲੋਡ। ਉਸ ਹਿਸਾਬ ਦੇ ਨਾਲ ਅਗਰ ਅਪਾਰਟਮੈਂਟ ਟਾਈਪ ਉਹ ਰੈਜ਼ੀਡੈਂਸ਼ੀਅਲ ਹਾਊਸਿੰਗ ਹੈਗੀ ਹੈ ਲੈਸ ਦੈਨ 15 ਮੀਟਰ ਹਾਈਟ, ਤਾਂ ਤੁਹਾਡੇ ਕੋਲ ਉਹਦੇ ਵਿੱਚ ਫਾਇਰ ਐਕਸਟਿੰਗੁਇਸ਼ਰ ਔਰ ਹੋਜ਼ ਰੀਲ ਹੋਣੀ ਚਾਹੀਦੀ ਹੈ। ਹੋਜ਼ ਰੀਲ 5000 ਲੀਟਰ ਦੀ ਕੈਪੈਸਿਟੀ ਦੇ ਟੈਂਕ ਦੇ ਨਾਲ ਉੱਤੇ ਕਨੈਕਟਡ ਹੋਣੀ ਚਾਹੀਦੀ ਹੈ। ਟੈਂਕ ਨੂੰ ਪਾਣੀ ਦਾ ਪ੍ਰੈਸ਼ਰ ਸਹੀ ਕਰਨ ਵਾਸਤੇ ਬੂਸਟਰ ਪੰਪ ਹੋਣਾ ਚਾਹੀਦਾ। ਸੋ ਬੂਸਟਰ ਪੰਪ ਹੈ ਓਬਵੀਅਸਲੀ ਉਹਦਾ ਪਰਪਸ ਇਹ ਹੁੰਦਾ ਫਾਇਰ ਦੇ ਵਿੱਚ ਇੱਕ ਬੜਾ ਸਿੰਪਲ ਕਿ ਜਦੋਂ ਅੱਗ ਲੱਗਦੀ ਹੈ ਇਲੈਕਟ੍ਰੀਕਲ ਕਨੈਕਸ਼ਨ ਕੱਟਿਆ ਜਾਂਦਾ। ਸੋ ਪੰਪ ਜੇ ਇਲੈਕਟ੍ਰੀਕਲ ਕਨੈਕਸ਼ਨ ਕੱਟਿਆ ਗਿਆ ਤਾਂ ਪੰਪ ਚੱਲੇਗਾ ਕਿਵੇਂ? ਸੋ ਬੂਸਟਰ ਪੰਪ ਨੂੰ ਆਲਟਰਨੇਟ ਸਪਲਾਈ ਦੇਣੀ ਜ਼ਰੂਰੀ ਹੈ ਬਾਈ ਬੈਕਅਪ। ਸੋ ਉਹ ਚੀਜ਼ਾਂ ਕਿੱਥੇ ਨੇ ਔਰ NOC ਕਿਵੇਂ ਹੈ ਫਾਇਰ ਦਾ? ਤੁਸੀਂ ਪ੍ਰਦਰਸ਼ਨ ਜਦੋਂ ਲਿਆ ਸੀਗਾ ਤੁਹਾਨੂੰ ਇਹ ਸਾਰੀ ਚੀਜ਼ਾਂ ਰਿਟਨ 'ਚ ਮਿਲੀਆਂ? ਨਹੀਂ, ਰਿਟਨ 'ਚ ਇਹ ਚੀਜ਼ਾਂ ਤਾਂ ਦੇਖੋ, ਜਿਹੜਾ ਤਾਂ ਨੈਸ਼ਨਲ ਬਿਲਡਿੰਗ ਕੋਡ ਹੈ
ਉਹ ਇੱਕ ਫੀਚਰ ਨਹੀਂ ਆ ਸਕਦਾ ਕਿਸੇ ਦੇ ਵਿੱਚ। ਇੱਕ ਮੈਂਡੇਟਰੀ ਰਿਕੁਆਇਰਮੈਂਟ ਹੈ, ਨੋਰਮਸ ਨੇ ਕਿ ਹਾਈ ਰਾਈਜ਼ ਬਿਲਡਿੰਗ ਵਾਸਤੇ ਕੀ ਹੈ ਤੇ ਲੋ ਰਾਈਜ਼ ਬਿਲਡਿੰਗ ਵਾਸਤੇ ਕੀ ਨੋਰਮਸ ਨੇ, ਉਹ ਤਾਂ ਬਿਲਡਰ ਨੇ ਆਪਣੇ ਆਪ ਫੋਲੋ ਕਰਨੀ। ਦੋਜ਼ ਆਰ ਮਿਨੀਮਮ ਰਿਕੁਆਇਰਮੈਂਟ ਬਾਈ ਡਿਫਾਲਟ ਇੰਪਲਾਈਡ ਨੇ ਕਿ ਹੋਣੀਆਂ ਹੀ ਹੋਣੀਆਂ। ਕਿੰਨੇ ਟਾਈਮ ਹੋ ਗਏ ਰਹਿੰਦੇ? ਦੇਖੋ ਰੈਜ਼ੀਡੈਂਟ ਮੈਨੂੰ ਤਾਂ ਹੋ ਗਿਆ ਉੱਥੇ 1 ਸਾਲ ਤੋਂ ਥੋੜਾ ਉੱਤੇ ਹੋਇਆ, ਪਿਛਲੇ 3 ਬਾਕੀ ਸਾਲ ਸਾਰਿਆਂ ਨੂੰ ਹੋ ਗਏ, 3 ਸਾਲ 4 ਸਾਲ। तो सर ਜਦੋਂ ਪੋਜੈਸ਼ਨ ਲਈ ਗਈ ਸੀ ਤੁਹਾਨੂੰ ਇਹ ਸਾਰੀ ਚੀਜ਼ਾਂ ਪਤਾ ਸੀ ਜਾਂ ਬਾਅਦ ਚ ਪਤਾ ਲੱਗਿਆ? ਦੇਖੋ ਜਦੋਂ ਕੋਈ ਵੀ ਬੰਦਾ ਨਵਾਂ ਪੋਜੈਸ਼ਨ ਲੈਣ ਆਉਂਦਾ ਹੈ, ਜਿਵੇਂ ਸੇਲ ਪੁਆਇੰਟ ਆਫ ਟਾਈਮ ਤੇ ਬੜੀਆਂ ਗੁੱਡੀ ਥਿੰਗਸ ਹੁੰਦੀਆਂ, ਉਦੋਂ ਪੋਜੈਸ਼ਨ ਵਾਲੇ ਵੀ ਬੜੀ ਗੁੱਡੀ ਥਿੰਗਸ ਹੁੰਦੀਆਂ। ਪੋਜੈਸ਼ਨ ਲੈਣ ਲੱਗਿਆ ਸਿੰਪਲੀ ਉਹ ਕਹਿੰਦੇ ਜੀ ਆ ਐਡਾ ਵੱਡਾ ਥੱਦਾ ਕੱਢ ਦਿੰਦੇ ਆ, ਡਾਕੂਮੈਂਟ ਨੇ ਪੋਜੈਸ਼ਨ ਫਾਰਮੈਲਿਟੀਜ਼ ਨੇ, ਸਾਈਨ ਕਰ ਲਓ ਆ ਚਾਬੀਆਂ ਪਈਆਂ। ਇੱਕ ਬੰਦੇ ਚਾਬੀਆਂ ਰੱਖ ਦਿੰਦੇ, ਦੂਸਰੇ ਬੰਦੇ ਆ ਸਾਈਨ ਕਰ ਲਓ, ਬਸ ਫਾਰਮੈਲਿਟੀਜ਼ ਨੇ, ਡਾਕੂਮੈਂਟਸ ਨੇ। ਬਾਅਦ ਚੋਂ ਪਤਾ ਲੱਗਦਾ ਵੀ ਉਹ ਇੱਕ ਐਗਰੀਮੈਂਟ ਸੀਗਾ ਜਿਹੜੀ ਇਹਨਾਂ ਦੀ ਅੱਗੇ ਥਰਡ ਪਾਰਟੀ ਜਾਂ ਫੈਸਿਲਿਟੀ ਪਲੱਸ ਕੰਪਨੀ ਜਿਹਨੇ ਮੇਨਟੇਨੈਂਸ ਕਰਨੀ ਹੈ, ਉਹ ਉਹਦਾ ਐਗਰੀਮੈਂਟ ਹੈ ਐਂਡ ਐਨ ਨੰਬਰ ਆਫ ਕਲੌਜ਼ਸ ਨੇ। ਬਟ ਠੀਕ ਹੈ, ਲਾਜ਼ ਇਹਦੇ ਤੇ ਵੀ ਹੈਗੇ ਨੇ, ਲਾਅ ਆਫ ਕੰਟਰੈਕਟ ਵੀ ਹੈਗੇ ਨੇ, ਗਵਰਨਮੈਂਟ ਉਹਦੇ ਹਿਸਾਬ ਨਾਲ ਇਹ ਹੈਗਾ ਕਿ ਵਨ ਸਾਈਡਡ ਕੋਈ ਵੀ ਐਗਰੀਮੈਂਟ ਨਹੀਂ ਹੋ ਸਕਦਾ। ਬਟ ਦਾ ਕੁਐਸਚਨ ਇਜ਼ ਇਹ ਸਾਰਾ ਇੱਕ ਹਨੇਰੇ 'ਚ ਹੋ ਜਾਂਦਾ ਕੰਮ, ਜਦੋਂ ਬੰਦਾ ਰਹਿਣ ਆਉਂਦਾ ਫਿਰ ਪਤਾ ਲੱਗਦਾ ਵੀ ਆਹ ਚੀਜ਼ਾਂ ਰਹਿ ਗਈਆਂ। ਮੀਟਿੰਗ ਤੁਹਾਡੀ ਕਿਹਦੇ ਨਾਲ ਹੋਈ ਔਰ ਉਹਦਾ ਕੀ ਕਨਕਲੂਜਨ ਨਿਕਲਿਆ ਜਿਹੜੇ ਸਰ ਨਾਲ ਕੱਲ੍ਹ ਹੋ ਚੁੱਕੀ ਹੈ ਮੀਟਿੰਗ ਤੁਹਾਡੀ ਹੋ ਗਈ ਹੈ? 2018 'ਚ ਇੱਕ ਮੀਟਿੰਗ ਹੋਈ ਸ਼੍ਰੀ ਭੁਪਿੰਦਰ ਸਿੰਘ ਜੀ ਦੇ ਨਾਲ, ਜੋ ਪ੍ਰੈਜ਼ੀਡੈਂਟ ਨੇ ਓਮੈਕਸ ਦੇ। ਉਸ ਟਾਈਮ ਦੀ ਜੋ RW ਦੇ ਮੈਂਬਰ ਸੀਗੇ ਉਹਨਾਂ ਦੀ ਮੀਟਿੰਗ ਹੋਈ। ਉਸ ਟਾਈਮ ਤੇ ਇੱਕ ਐਗਰੀਮੈਂਟ ਡਰਾਫਟ ਹੋਇਆ ਕੀ ਫੈਸਿਲਿਟੀਜ਼ ਕਿੰਨੇ ਟਾਈਮ 'ਚ ਕਰਨਗੇ। ਓਨਲੀ ਪ੍ਰੋਮਿਸ ਯੂ ਆਲਸੋ ਨੋ ਕਿ ਬਿਲਡਰ ਨੇ ਐਕਸਟਰਾ ਕੁਝ ਨਹੀਂ ਦੇਣਾ, ਅਸੀਂ ਉਹੀ ਮੰਗ ਸਕਦੇ ਹਾਂ ਜੋ ਇਹਨੇ ਉਸ ਟਾਈਮ ਤੇ ਕਹੀਆਂ ਸੀ, ਬਰੋਸ਼ਰ 'ਚ ਲਿਖੀਆਂ ਹੋਈਆਂ। ਸੋ ਉਹਦੇ ਬਾਰੇ ਲਿਖਿਆ ਗਿਆ, ਐਗਰੀਮੈਂਟ ਸਾਈਨ ਹੋ ਗਿਆ। ਉਸ ਟਾਈਮ ਤੇ ਉਹਨਾਂ ਨੇ ਇਹ ਕੰਡੀਸ਼ਨ ਲਗਾਈ ਕਿ ਚਲੋ ਪੈਸਾ ਸਾਨੂੰ ਵੀ ਚਾਹੀਦਾ ਹੈਗਾ ਤਾਂ ਐਂ ਕਰੋ ਵੀ ਤੁਸੀਂ 50% ਕੈਮ ਦੇਣਾ ਚਾਲੂ ਕਰੋ। ਰੈਜ਼ੀਡੈਂਟਸ ਨੇ ਮੰਨ ਲਿਆ ਵੀ 50% ਕੈਮ ਦੇਣਾ ਚਾਲੂ ਕਰ ਦਿੰਦੇ ਆ, ਤੁਸੀਂ ਆਪਣੀ ਜ਼ਬਾਨ ਤੇ ਰਹੋ, ਅਸੀਂ ਆਪਣੀ ਤੇ ਰਹਿੰਦੇ ਹਾਂ। ਅਸੀਂ ਤਾਂ ਅੱਜ ਤੱਕ ਆਪਣੀ ਜ਼ਬਾਨ ਤੇ ਹਾਂ, ਬਟ ਉਹ ਮੁੱਕਰ ਗਏ, ਇੱਕ ਵੀ ਕੰਮ ਨਹੀਂ ਹੋਇਆ। ਦੈਨ ਵੀ ਹੈਡ ਏ ਪ੍ਰੋਟੈਸਟ। ਇਹ ਸਮਰ ਇੰਨੀਆਂ ਔਖੀਆਂ ਸੀ, ਪਿਛਲੀਆਂ ਵੀ ਔਖੀਆਂ ਸੀ, ਇਸ ਵਾਰੀ ਤਾਂ ਜ਼ਿਆਦਾ ਹੀ ਬੁਰਾ ਹਾਲ ਹੋ ਗਿਆ। ਸੋ 30 ਮਈ ਨੂੰ ਅਸੀਂ ਇੱਕ ਪ੍ਰੋਟੈਸਟ ਕੀਤਾ। ਉਸ ਦੇ ਏਵਜ਼ ਦੇ ਵਿੱਚ ਇਹ ਹੋਇਆ ਕਿ ਮਿਸਟਰ ਪ੍ਰਵੀਨ ਰਾਇਨਾ ਜਿਹੜੇ ਇਹਨਾਂ ਦੇ ਦਿੱਲੀ ਹੈੱਡ ਆਫਿਸ ਤੋਂ ਇੱਥੇ ਟ੍ਰਾਂਸਫਰ ਕੀਤੇ ਗਏ, ਉਹਨਾਂ ਨੇ ਆ ਕੇ ਕਿਹਾ ਜੀ ਮੈਂ ਤੁਹਾਡੀਆਂ ਸਾਰੀਆਂ ਪ੍ਰੋਬਲਮ ਸੋਲਵ ਕਰੂੰਗਾ। 5 ਜੂਨ ਤੋਂ ਮੀਟਿੰਗ ਸਟਾਰਟ ਹੋਈਆਂ। ਹਰ ਮੀਟਿੰਗ ਦਾ ਮਿਨਟਸ ਆਫ ਮੀਟਿੰਗ ਬਣੇ ਹੋਏ ਨੇ। ਐਵਰੀ ਟਾਈਮ ਇਟ ਹੈਜ਼ ਬਿਨ ਅਪਡੇਟਡ। ਸਾਰਾ ਅਪਡੇਟ ਕਰਕੇ 15 ਜੁਲਾਈ ਤੱਕ ਸਾਡੀ ਮੀਟਿੰਗ ਚੱਲਦੀਆਂ ਰਹੀਆਂ। ਇਹ ਵਾਲੇ ਸਾਰੇ ਤੁਸੀਂ ਦੇਖੋ, ਇਹ ਸਾਰੀ ਮੇਲ ਕਮਿਊਨੀਕੇਸ਼ਨ ਉਹਨਾਂ ਨਾਲ ਹੈਗੀ ਹੈ। ਉਹਨਾਂ ਵੱਲੋਂ ਕੀ ਪੁਆਇੰਟ ਹੈ, ਸਾਡੇ ਵੱਲੋਂ ਕੀ ਪੁਆਇੰਟ ਹੈ, ਬਟ ਕੋਈ ਟਾਈਮਲਾਈਨ ਅੱਜ ਤੱਕ ਮੀਟ ਨਹੀਂ ਹੋਈ। ਦੈਨ ਉਹਨਾਂ ਨੇ ਮੀਟਿੰਗ ਕਰਨੀ ਦੀ ਟਾਈਮ ਦੇਣ ਦਾ ਵੀ ਬੰਦ ਕਰਤਾ। ਸਰ ਤੁਸੀਂ ਕਿਹਾ ਸਮਝ ਬੜੀ ਮੁਸ਼ਕਿਲ ਹੋਈ ਹੈ, ਪਿਛਲੀ ਵੀ ਹੈ, ਇਸ ਵਾਰ ਦੀ ਸਮਝ ਤਾਂ ਕੀ ਡਿਫਿਕਲਟੀ? ਸਰ ਪ੍ਰੋਬਲਮ ਉਹਦੇ 'ਚ ਇਹ ਆਈ ਹੈ ਸਮਰ ਦੇ ਵਿੱਚ ਕਿ ਇੱਕ ਇਹਨਾਂ ਨੇ ਕੰਪਿਟ ਕੀਤਾ ਹੋਇਆ ਅਨਇੰਟਰਪਟਡ ਪਾਵਰ ਬੈਕਅਪ। ਇੱਕ ਤਾਂ ਜਦੋਂ ਮੇਨ ਸਪਲਾਈ ਵੀ ਆਉਂਦੀ ਹੈ ਤਾਂ ਵੀ ਉਹ 'ਚ ਫਲਕਚੁਏਸ਼ਨ ਆਉਂਦੀ ਸੀਗੀ। ਜੇ ਗਰਮੀਆਂ 'ਚ ਜਦੋਂ ਜਾਂ ਜੀਰੀ ਲਗਾਉਣ ਦਾ ਟਾਈਮ ਆਉਂਦਾ ਹੈ ਉਦੋਂ ਪਾਵਰ ਦੀ ਪ੍ਰੋਬਲਮ ਆਉਂਦੀ ਹੈ। ਸੋ ਪਾਵਰ ਮੇਨ ਸਪਲਾਈ ਚਲੀ ਗਈ, ਖੇਤਾਂ ਵੱਲ ਸਪਲਾਈ ਚਲੇਗੀ ਤਾਂ ਡੀਜੀ ਇਹਨਾਂ ਦੇ ਚੱਲਦੇ ਨਹੀਂ, ਕਿਉਂਕਿ ਡੀਜੀ ਇਹਨਾਂ ਨੇ ਖਰੀਦੇ ਨਹੀਂ, ਜ਼ਿਆਦਾਤਰ ਰੈਂਟਡ ਨੇ ਜਾਂ ਇੱਕ ਅੱਧਾ ਆਪਣਾ ਹੈਗਾ ਤਾਂ ਬਹੁਤ ਪੁਰਾਣਾ ਹੈ। ਪੈਸੇ ਸਾਡੇ ਕੋਲੋਂ ਨਵੇਂ ਦੇ ਇਨਫਰਾਸਟ੍ਰਕਚਰ ਦੇ ਲੈ ਲਈਏ, ਬਟ ਲਗਾਏ ਪੁਰਾਣੇ, ਹੁਣ ਉਹ ਚੱਲਦੇ ਨਹੀਂ। ਉਸ ਤੋਂ ਬਾਅਦ ਜਿਹੜੀਆਂ ਕੇਬਲ ਨੇ ਡੀਜੀ ਤੋਂ ਅੱਗੇ ਦੇਣ ਵਾਲਾ ਪੂਰਾ ਇਨਫਰਾਸਟ੍ਰਕਚਰ, ਉਹ ਸਾਰਾ ਇੰਨਾ ਵੀਕ ਹੈ ਕਿ ਉਹ ਲੋਡ ਨਹੀਂ ਚੱਕਦਾ। ਫਲਕਚੁਏਸ਼ਨ ਇੰਨੀ ਹੁੰਦੀ ਹੈ, ਬੈਕਅਪ ਚੱਲਦੇ ਨਹੀਂ। ਸਰ ਕੁਐਸਚਨ ਵੀ ਰਹੇਗਾ, ਤੁਸੀਂ 1 ਸਾਲ ਤੋਂ ਰਹਿ ਰਹੇ ਹੋ, ਬਾਕੀ ਸਾਰੇ 3 ਸਾਲ ਤੋਂ ਵੀ ਰਹਿ ਰਹੇ ਹੋ, ਕਾਫੀ ਜ਼ਿਆਦਾ ਪੁਰਾਣੇ ਵੀ ਹੈ ਜੀ। ਮੈਂ ਵੀ 3 ਸਾਲ ਤੋਂ ਵੀ ਮੈਕਸਿਮਮ। ਤਾਂ ਤੁਸੀਂ ਜਦ ਸਭ ਤੋਂ ਨਵੇਂ ਲੱਗਦੇ ਹੋ ਤਾਂ ਤੁਸੀਂ ਜਦ ਆਏ ਸੀਗੇ ਤਾਂ ਤੁਸੀਂ ਆਸ ਪੜੋਸ ਤੋਂ ਪੁੱਛ ਕੇ ਬੰਦਾ ਪ੍ਰੋਪਰਟੀ ਖਰੀਦਦਾ, ਮੈंने कैसे ਕੁਐਸਚਨ है? ਬਿਲਕੁਲ ਸਰ ਪ੍ਰੋਪਰਟੀ ਤਾਂ ਖਰੀਦੀ 2011 ਚ ਸਾਰਿਆਂ ਨੇ, ਠੀਕ ਹੈ। ਉਦੋਂ ਕਿਦੋਂ ਵਿਕੀ ਸੀ ਪ੍ਰੋਬਲਮ? 2011 ਚ ਪ੍ਰੋਪਰਟੀ ਕਿਵੇਂ ਵਿਕੀ ਸੀਗੀ ਜੀ? ਉਹ ਤੁਹਾਡਾ ਸਰ ਉਹ ਉੱਥੇ ਆਏਗਾ। ਉਹ ਕੀ ਉੱਥੇ ਪੈਲੀਆਂ ਸੀਗੀਆਂ, ਉੱਥੇ ਆਏਗਾ ਸਰ, ਠੀਕ ਹੈ। ਇਹ ਤਾਂ 2016-15 ਆਉਂਦਿਆਂ ਪਤਾ ਲੱਗਿਆ ਵੀ ਕਿੱਥੇ ਬਲੌਕ ਕੋਈ ਸੜਕ ਕੋਈ ਨਿਕਲ ਰਹੀ ਹੈ, ਕਿੱਥੇ ਨੂੰ ਰਸਤਾ ਕਿੱਧਰੋਂ ਦੀ ਜਾਣਾ, ਗੱਡੀ ਟੇਢੀ ਕਰਕੇ ਕੋਈ ਨਾ ਮਿੱਟੀ ਚ ਲੰਘ ਕੇ ਜਾਂਦੇ ਸੀਗੇ ਉੱਥੇ। ਮੈਪ ਨਹੀਂ ਦਿਖਾਇਆ ਸੀ ਸਰ? ਮੈਪ ਤੇ ਤਾਂ ਸਾਰਾ ਸੀਗਾ, ਮੈਪ ਹੀ ਤਾਂ ਹੈਗਾ ਸੀਗਾ। ਬਾਕੀ ਜੇ ਔਨ ਸਾਈਟ ਦੇਖਣੀ ਹੋਵੇ ਤੇ ਉਹ ਤੇ ਖੇਤੋਂ ਖੇਤ, ਗੋ ਫੀਲਡੋ ਫੀਲਡ। ਸੋ ਬੇਸਿਕਲੀ ਹੁਣ ਤੁਹਾਡੀ ਡਿਮਾਂਡ ਕੀ ਹੈ? ਬੇਸਿਕਲੀ ਤੁਹਾਡੀ ਸਮਝ ਤਾਂ ਨਿਕਲ ਗਈਆਂ ਇਹਦੀਆਂ ਤਾਂ ਮੁਸ਼ਕਿਲ ਨਾਲ, ਤਾਂ ਤੁਸੀਂ ਕਿਤੇ ਕੋਈ ਇਹਦੇ ਬਾਰੇ ਕੋਈ ਫਾਈਲ ਕੀਤੀ ਹੈ, ਕੋਈ ਜੁਰਿਸਡਿਕਸ਼ਨ ਜਾਂ ਇੱਦਾਂ ਦੀ ਕੋਈ ਚੀਜ਼ ਕੀਤੀ ਹੈ? ਸਰ ਜਿਹੜੇ ਕੰਜ਼ਿਊਮਰ ਫੋਰਮ 'ਚ ਕੇਸਿਸ ਚੱਲ ਰਹੇ ਨੇ ਇੰਡੀਵਿਜੂਅਲੀ, ਪਲੱਸ ਜਿਹੜੇ ਉਸੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਫਾਈਲ ਨੇ, ਉਹ ਇੱਕ ਕੋਰਸ ਆਪਣਾ ਚੱਲ ਰਿਹਾ। ਸਾਨੂੰ ਪ੍ਰੋਬਲਮ ਕਿੱਥੇ ਹੁੰਦੀ ਹੈ, ਜਿਵੇਂ ਹੁਣ ਇੱਕ ਪ੍ਰੋਸੈਸ ਸਟਾਰਟ ਹੋਇਆ, ਇਸ ਪ੍ਰੋਸੈਸ ਸਟਾਰਟ ਹੋਣ ਤੋਂ ਬਾਅਦ ਇੱਕ ਲੈਵਲ ਤੇ ਆ ਕੇ ਉਹਨਾਂ ਨੇ ਆਪਣੇ ਆਪ ਨੂੰ ਵਿਡਰਾਅ ਕਰ ਲਿਆ। ਦੈਨ ਵੀ ਵੇਸਟਡ ਆਵਰ ਐਂਟਾਇਰ ਟਾਈਮ ਆਫ 3 ਮੰਥਸ। 5 ਜੂਨ ਤੋਂ ਸਟਾਰਟ ਹੋ ਗਏ, ਅੱਜ 31 ਅਗਸਤ ਤੱਕ ਖਤਮ ਹੋ ਗਿਆ। ਆਊਟਪੁੱਟ ਕੀ? ਕੁਛ ਨਹੀਂ ਕਿ ਅਸੀਂ ਵਿਡਰਾਅ ਕਰ ਲਿਆ ਉਹਨਾਂ ਨੇ। ਦੈਨ ਵੀ ਹੈਵ ਟੂ ਕਮ ਟੂ ਅਨਦਰ ਫੋਰਮ। ਅੱਜ ਤੱਕ ਅਸੀਂ ਉਹਨਾਂ ਨੂੰ ਇਹ ਕਹਿੰਦੇ ਆਏ ਹਾਂ ਕਿ ਇਹ ਤੁਸੀਂ ਇੰਨਾ ਕੰਮ ਕਰੋ, ਜਿੰਨਾ ਫੈਸਿਲਿਟੀਜ਼ ਪ੍ਰੋਵਾਈਡ ਕਰੋਗੇ ਉਸ ਦੇ ਪੈਰਲਲੀ ਪ੍ਰੋਪੋਰਸ਼ਨੇਟਲੀ ਕੈਮ ਲੈ ਲਓ। ਕਿਆ ਇਹ ਇਲੌਜੀਕਲ ਹੈ? ਸਰ ਲਾਸਟ ਕੁਐਸਚਨ ਕਿ ਜੇ ਹੁਣ ਤੁਹਾਡੀ ਮਤਲਬ ਕਿ ਮੰਗਾਂ ਪੂਰੀਆਂ ਨਹੀਂ ਹੋ ਤਾਂ ਅੱਗੇ ਤੁਹਾਡਾ ਸਟੈਪ ਕੀ ਹੋਊਗਾ?
ਸਰ ਦੇਖੋ, ਰੈਜ਼ੀਡੈਂਟ ਹੁਣ ਇੰਨੇ ਕੁ ਫਰਸਟ੍ਰੇਟ ਹੋ ਚੁੱਕੇ ਨੇ ਕਿ ਇੱਕ ਤਾਂ ਅਸੀਂ ਇਹ ਸਾਰਾ ਸਟੈਪ ਕੇ ਮੀਡੀਆ ਅੱਗੇ ਆਏ ਹਾਂ। ਸੈਕੰਡਲੀ ਜਿੰਨੇ ਪੋਲੀਟੀਸ਼ੀਅਨ ਸੀਐਮ ਸਾਹਿਬ ਹੈਗੇ ਨੇ ਜਾਂ ਕੰਸਰਨ ਕੋਈ ਵੀ ਮਿਨਿਸਟਰ ਜਿਹੜੇ ਸਾਡੀ ਹੈਲਪ ਸਾਨੂੰ ਲੱਗਦਾ ਹੈ ਕਿ ਕਰ ਸਕਦੇ ਹੋਣਗੇ, ਵੀ ਵਿਲ ਗੋ ਟੂ ਦੈਮ। ਵੀ ਵਿਲ ਈਵਨ ਗੋ ਟੂ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਿ ਸਾਡੀ ਸੂਓ ਮੋਟੋ ਇੱਕ ਐਪਲੀਕੇਸ਼ਨ ਲੈ ਲਿੱਤੀ ਜਾਵੇ, ਇੱਕ ਕਮੇਟੀ ਬਿਠਾ ਦਿੱਤੀ ਜਾਵੇ ਜਿਹੜੀ ਕਿ ਇਹਨਾਂ ਦੇ ਕੰਮ ਨੂੰ ਸੁਪਰਵਾਈਜ਼ ਕਰੇ। ਇੱਕ ਟਾਈਮ ਬਾਉਂਡ ਮੈਨਰ 'ਚ ਹੋਣਾ ਚਾਹੀਦਾ, ਨਥਿੰਗ ਕੈਨ ਬੀ ਇਨਡੈਫੀਨਿਟ। ਤੁਸੀਂ ਇਹ ਸੋਚੋ ਕਿ ਅੱਜ ਜੇ ਕੋਈ ਬੰਦਾ 60 ਸਾਲ ਦਾ 65 ਸਾਲ ਦਾ ਵਿਚਾਰਾ ਇਸ ਪ੍ਰੋਜੈਕਟ 'ਚ ਆਉਂਦਾ ਰਿਟਾਇਰਮੈਂਟ ਤੋਂ ਬਾਅਦ, ਇਹ ਸੋਚ ਕੇ ਉਹਨੇ ਫਲੈਟ ਲਿੱਤਾ ਸੀਗਾ ਕਿ ਅਸੀਂ ਇੱਥੇ ਕਲੱਬ ਹਾਊਸ ਹੈ, ਕਲੱਬ ਹਾਊਸ ਕਹਿੰਦੇ 7 ਸਟਾਰ, ਤੁਹਾਨੂੰ ਫੀਚਰ ਦਿਖਾਵਾਂਗੇ ਤਾਂ ਮਤਲਬ ਆਪਾਂ ਭੁੱਲ ਜਾਵਾਂਗੇ ਕੋਈ ਹੋਰ ਸ਼ਹਿਰ। ਸੋ 7 ਸਟਾਰ ਕਲੱਬ ਉਹ ਸੋਚ ਕੇ ਉਹਨੇ ਇਨਵੈਸਟ ਕਰਤਾ। 10 ਸਾਲ ਅਗਲੇ ਉਹਨੂੰ ਮਿਲੇ ਨਾ, ਬਜ਼ੁਰਗ ਵਿਚਾਰਾ ਐਕਸਪਾਇਰ ਹੋ ਜਾਵੇ ਤਾਂ ਉਹਨੂੰ ਇਨਵੈਸਟ ਕਰਨ ਦਾ ਕੀ ਫਾਇਦਾ। ਵੀ ਅੰਡਰਸਟੈਂਡ, ਚੁਟਕੀ ਵੱਜਦਾ ਨਹੀਂ ਬਣ ਸਕਦਾ, ਬਟ ਯਾਰ ਜੋ ਕਮਿਟ ਕੀਤਾ ਉਹ ਤਾਂ ਕਰੋ। ਸਾਲ 'ਚ ਖੜਾ ਕਰ ਦਿਓ, 1.5 ਸਾਲ 'ਚ ਕਰ ਦਿਓ। ਯੂ ਕਾਂਟ ਸੇ ਕਿ ਜਦੋਂ ਅਸੀਂ ਇਹ ਕਿਹਾ ਸੀਗਾ ਵੀ ਹਾਂ ਦੇਵਾਂਗੇ, ਬਟ ਕਦੋਂ ਦੇਵਾਂਗੇ ਇਹ ਨਹੀਂ ਸੀ ਕਿਹਾ ਸੇਲ ਜਦੋਂ ਅਸੀਂ ਖਰੀਦਣ ਜਾਂਦੇ ਹਾਂ, ਜਾਓ ਹਾਂ ਇਹਨਾਂ ਦੇ ਆਫਿਸ 'ਚ ਤੁਸੀਂ ਖਰੀਦਣ ਫਲੈਟ, ਅਗਰ ਤੁਹਾਨੂੰ ਇੱਕ ਵੀ ਮਾੜੀ ਚੀਜ਼ ਕਹਿ ਦੇਣ ਉਦੋਂ ਤੇ ਸੇਲਸਮੈਨ ਦਾ ਗੱਲਾਂ ਤੋਂ ਐਂ ਲੱਗਣਾ ਜਿਵੇਂ ਤਾਜ ਮਹਿਲ ਖੜਾ ਕਰ ਰਹੇ ਨੇ। हाँ, मैं डॉक्टर रश्मि यादव, मैंबर उखरावा। मैं एज ए जर्नल ਤੁਹਾਨੂੰ ਇਹ ਪ੍ਰੋਬਲਮ ਦੱਸ ਰਹੀ ਹਾਂ ਕਿ 2-2.5 ਸਾਲ ਪਹਿਲਾਂ ਮੈਂ ਜਦੋਂ ਆਈ, ਬਿਜਲੀ ਦੀ ਪ੍ਰੋਬਲਮ ਇੰਨੀ ਹੈ, ਗੈਜਟ ਸਾਰੇ ਸੜ ਗਏ, ਫਲਕਚੁਏਸ਼ਨਸ ਬੜੀਆਂ। ਨੰਬਰ 2 ਜਿਹੜੀ ਉਹਨੇ ਗੱਲ ਕੀਤੀ ਵੀ ਕਮਿਊਨਿਟੀ ਸੈਂਟਰ ਨਹੀਂ ਹੈਗਾ। ਡਿਊਰਿੰਗ ਦੈਟ ਪੀਰੀਅਡ 2-3 ਡੈਥਸ ਹੋ ਗਈਆਂ, ਬੈਠਣ ਦੀ ਜਗ੍ਹਾ ਨਹੀਂ ਸੀ। ਬੋਡੀ ਨੂੰ ਅਸੀਂ ਲਿਆ ਕੇ ਸੜਕ ਤੇ ਰੱਖਿਆ ਤਾਂ ਕਿ ਸ਼ਮਸ਼ਾਨ ਤੱਕ ਲੈ ਕੇ ਜਾ ਸਕੇ। ਬੰਦੇ 4-5 ਸੀਗੇ ਸਿਰਫ ਉੱਥੇ। 4 BHK ਦੀ ਲਿਫਟਸ ਨਹੀਂ ਚੱਲ ਰਹੀਆਂ। ਜਿਹੜੇ ਸੈਕਿੰਡ ਫਲੋਰ ਤੇ ਰਹਿੰਦੇ ਨੇ ਬੰਦੇ, ਉਹ ਪੌੜੀਆਂ ਥਾਈਂ ਉੱਤੇ ਲਿਜਾਏ ਗਏ ਕੁਰਸੀ ਤੇ ਬਿਠਾ ਕੇ। ਕੋਈ ਇੱਕ ਪੈਰਾਸੀਟਾਮੋਲ ਲੈਣ ਵਾਸਤੇ ਸਾਡੇ ਕੋਲ ਨਹੀਂ ਹੈ, ਕਿਉਂਕਿ ਅਗਰ ਲਾਈਟ ਦੀ ਇੰਨੀ ਫਲਕਚੁਏਸ਼ਨ ਹੈਗੀ ਹੈ, ਮੈਂ ਬਾਰ-ਬਾਰ ਜਾ ਕੇ ਅਪਲਾਇੰਸਿਸ ਆਫ ਨਹੀਂ ਕਰ ਸਕਦੀ। ਰਾਤੀ ਬਰਾਤੀ ਅਗਰ ਪੌੜੀਆਂ ਤੋਂ ਉਤਰਨਾ ਹੈ, ਇਟਸ ਨੈਕਸਟ ਟੂ ਇੰਪੋਸੀਬਲ। 60% ਲੋਕ ਜਿਹੜੇ ਨੇ ਉਹ ਰਿਟਾਇਰਡ ਹੈ। ਈਵਨ ਤੁਸੀਂ ਦੇਖੋ ਮੈਡੀਕਲ ਸ਼ਾਪ ਨਹੀਂ ਹੈ ਕਿ ਪੈਰਾਸੀਟਾਮੋਲ ਲੈਣੀ ਹੋਵੇ ਜਿੱਥੇ ਮਿਲ ਜਾਏ। ਕੋਈ ਕਰਿਆਨੇ ਦੀ ਸ਼ਾਪ ਨਹੀਂ ਹੈ ਕਿ ਕੋਈ ਛੋਟੀ ਮੋਟੀ ਚੀਜ਼ ਜਾ ਕੇ ਲੈਣੀ ਹੋਵੇ। ਬੱਚਿਆਂ ਦਾ ਪਾਰਕ ਨਹੀਂ ਹੈ। ਜੇ ਸਾਡੇ ਵਾਸਤੇ ਉਹ ਜਿਮ ਪਾਰਕ ਬਣਿਆ ਹੈ, ਉਹ ਬੱਚਿਆਂ ਦੇ ਫੁੱਟਬਾਲ ਸਾਡੇ ਸਿਰਾਂ 'ਚ ਲੱਗਦੇ ਨੇ, ਬਿਕੋਜ਼ ਦੇयर इज़ नो चिल्ड्रन ਪਾਰਕ। ਕਲੱਬ ਹਾਊਸ ਤਾਂ ਬੜੀ ਦੂਰ ਦੀ ਗੱਲ ਹੈ, ਇਹਨਾਂ ਦੀ ਇੱਟ ਤੱਕ ਨਹੀਂ ਰੱਖੀ ਉਹਨਾਂ ਨੇ। ਮਤਲਬ ਐਜ਼ ਰਿਟਾਇਰਡ 500 ਫੈਮਲੀਜ਼ ਆ ਗਈਆਂ ਨੇ। ਤੁਸੀਂ ਹਾਂਜੀ ਹਾਂ, ਮੈਂ ਮੈਸੇਜ ਇਹ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਰਿਟਾਇਰਡ ਬੰਦੇ ਹੈ, ਉਹ ਜਿਹੜੇ ਆਏ ਹੈ, ਉਹਨਾਂ ਦੀਆਂ ਇੰਨੀਆਂ ਕੁ ਸਹੂਲਤਾਂ ਹੋਣ ਕਿ ਆਪਣਾ ਸ਼ਾਮ ਜਿਹੜੀ ਹੈ ਠੀਕ ਜਗ੍ਹਾ ਬਤਾ ਦੇਣ, ਉਹਨਾਂ ਦੀ ਕੋਈ ਦਵਾਈ ਛੋਟੀ ਮੋਟੀ ਮਿਲ ਜਾए। बाकी तो चीज़ें बाहर होंदियां ही नहीं। मनीषा है और मैं RWA मेंबर नहीं हूँ, मैं एक कॉमन रेजिडेंट हूँ ओमैक्स कासिया से। नाउ बहुत सारी टेक्निकल चीज़ें हाईलाइट हुई हैं, बट इट इज़ वेरी इंपॉर्टेंट टू अंडरस्टैंड कि डेली लाइफ कैसे अफेक्ट हो रही है वहाँ पे। आई हाईलाइट इट विद वन एग्जाम्पल जो मेरे साथ हुआ है पर्सनली। फॉर एग्जाम्पल, रात को 11 बजे लाइट चली जाती है, मेरी मदर इन लॉ एस्थमेटिक हैं, DG सेट ऑन नहीं होता है, एंड इमेजिन द एयर प्योरीफायर विच इज़ being used to clean the air, I can't switch it on. That is the hazard we are talking about in everyday life. यहाँ पे लेबर काम कर रही है, स्वच्छ भारत की बात होती है, लेबर काम कर रही है, लेबर लोग ओपन डेफिकेशन कर रहे हैं। Where is that right? Where is the hygiene? Where is the cleanliness? Power supply issue, cleanliness issue, तारें खुली पड़ी हुई हैं, ऐसे गुच्छों के गुच्छे निकले हुए हैं, ऊपर से टेप लगा के छोड़ी हुई हैं, फ्यूमिगेशन नहीं हो रही है, स्नेक्स हैव कम आउट दिस सीजन। हमने जो 30th मई को प्रोटेस्ट किया था, आई वाज देयर एट दैट प्रोटेस्ट, मीडिया हैड कवर्ड इट फॉर अस, दे स्टार्टेड, दे एंगेज्ड विद अस, और उसके बाद एंड ऑफ द स्टोरी, कुछ भी नहीं हो रहा है। हमने बात की ओमैक्स के जो आला अधिकारी हैं श्री नंदन कपूर जी से, और उनसे जानना चाहा कि कितनी प्रॉब्लम्स हैं अभी भी एग्जिस्टिंग, और उन्होंने देखिए हमारी फ़ोन कॉल पर हमें क्या क्या जवाब दिए हैं इस सारे मुद्दे को लेकर। हेलो हेलो। हाँ जी सर, कैसे हो? जी फाइन फाइन। सर टाइम है 2 मिनट का बात कर सकते हैं? जी बोलिए बोलिए। जी मैं संदीप बोल रहा हूँ सर, मीडिया से। एक्चुअली आज ना एक प्रेस कॉन्फ्रेंस थी, जी तो उसके रिगार्डिंग सर आपका स्टेटमेंट लेना था हमें, क्योंकि मैं मीटिंग जी बोलिए। आपके साथ ही हूँ। मैक्स से बोल रहे हैं ना सर आप? जी मैं वहाँ से बात कर रहा हूँ। जी सर। तो सर आपका शुभ नाम क्या है? नंदन कपूर। जी कपूर साहब, तो आपका क्या कहना है सर, वो जो प्रेस कॉन्फ्रेंस हुई थी उनकी तरफ से, जो एसोसिएशन वाले हैं, जो वहाँ के रेजिडेंट्स हैं एक्चुअली, उनको कुछ थोड़े से ग्रजेस थे सर और मैक्स की मैनेजमेंट से कि मीटिंग में कोई हल नहीं निकला। उनका पहला ये क्वेश्चन था सर।
सर जब इन्होंने कुछ टाइम पहले जब एजुकेशन किया था तो हमारी एक नई कमेटी जिसका मैं भी एक पार्ट हूँ बनाई गई थी। जी सर। और उसी दिन जिस दिन इनसे मीटिंग हुई थी इन्होंने हमें 14 मुद्दे दिए थे, 14 पॉइंट्स जो मेन इनके थे कि इमीडिएटली इनको एड्रेस किया जाना चाहिए। ठीक है सर। तो विद इन 10 आवर्स उस पर काम शुरू हो गया था। ऑन ग्राउंड आपको उसमें से कई चीज़ें दिखेंगी। ठीक है। एंड अब जो है कि उसमें जैसे जैसे हम क्लियर करते जा रहे हैं तो और पॉइंट्स ऐड होते जा रहे हैं कि ये भी करना है, ये भी करना है। अच्छा, तो तो बिल्डर मतलब की एक सर एक लिमिटेशन है। स्टैग्नेट नहीं है, ये कह रहे हैं आप? हाँ, स्टेगनेंट नहीं है। और काफी हद तक उसमें से चीजें हमने कवर कर दी हैं। अब ठीक है। आप अगर किसी बड़े प्रोजेक्ट की बात करते हैं जी। तो बिल्डर उसको 1 महीने या 1 हफ्ते 1 दिन में नहीं खत्म कर पाएगा। उसके लिए जो प्रैक्टिकल टाइम चाहिए होता है वो रिक्वायर्ड है, जिसकी हम टाइमलाइन इनको दे चुके हैं। रादर इट बी क्लब। जो बात हो रही थी वो कासिया प्रोजेक्ट है आपका, केसिया या कासिया, कासिया जो जी, भी कासिया कासिया हाँ, प्रोजेक्ट है, उसके बारे में बात हो मैं रही उसी थी। की तो बात। उसमें ये कह रहे थे कि जो प्रोमिसेस हमें किए गए थे एट द टाइम ऑफ इनिशिएशन ऑफ द प्रोजेक्ट, जो हमें दिखाया गया था सर मैप, उसके जो अकॉर्डिंगली नहीं बन रहा है ये। और जो क्लब जो हाउस मैप था वो क्लब हाउस नहीं बना है सर। उस क्लब हाउस के बारे में क्या आपका कहना है? आप जो मैप सर गमाडा ने पास किया है एज पर रूल्स एंड रेगुलेशन उसी लेआउट पे ही काम हो रहा है, वैसे ही हमारा लेआउट बना है। एंड जहाँ तक आप क्लब की बात कर रहे हैं, क्लब की कंस्ट्रक्शन चालू है। जहाँ पर हमने क्लब दिखाया है वहीं पर बन रहा है। ठीक एक है। स्लैब उसकी डल चुकी है और हमने कस्टमर्स को टाइमलाइन भी दिया है कि इतने टाइम में क्लब आपको बना के दिया जाएगा। वो क्या आपने टिल देन टाइमलाइन दी इनकी? सर हमने 3.5 ईयर्स अभी इनको बोला है। 3.5 साल में? मतलब ये स्टार्ट कब हुआ था प्रोजेक्ट सर? सर प्रोजेक्ट की स्टार्टिंग तो जब फ्लैट्स वगैरह बने हैं, आई थिंक मैं भी एक्चुअली 3-4 मंथ्स ही हुए मुझे कंपनी में, तो मैं उसकी पूरी पुरानी आपको गाइडेंस नहीं दे पाऊंगा कि कब स्टार्ट हुआ ये था, काफी इनिशियल साल हो गए हैं। स्टार्ट जो डेट उनका क्या। कहना था जो जो रेजिडेंट्स थे उनका कहना है काफी साल पुराना है प्रोजेक्ट, और कब तकरीबन 3-4 से तो वो काफी लोग रह भी रहे हैं वहाँ पे। और जब कहा गया था, जी जब जी, मतलब कह रहे थे मैप इनको दिया गया था, जब इनकी मतलब इन्होंने स्टार्ट किया था इन्वेस्ट क्लब की करना, बात, बिल्कुल तब क्लब तब की की बात गई जहाँ थी हम कह कर रहे थे। रहे हैं, हाँ हाँ। क्लब की जब बात आप जहाँ कर रहे हैं, क्लब बन रहा है। आप सब मौके पे चेक भी कर सकते हैं। और तब तक हमने इनको, जब तक ये क्लब नहीं बन रहा, हमने इनको अपने दूसरा फेज 1 क्लब की सबको मेंबरशिप दी हुई है। और इनमें से कई लोग वहाँ का जिम यूज करते हैं एंड कई लोगों ने अपने बच्चों के फंक्शंस भी वहाँ किए हैं। तो एक ऑल्टरनेटिव क्लब इनके लिए ऑलरेडी है जो ये यूज कर सकते सर हैं। हमारे बाकी पास इस मोटे क्लब मोटे की हमने मोटे मोटे कपूर साहब, हमारे पास 3 पॉइंट्स हैं। आई एम सॉरी मैं इंटरप्ट कर रहा हूँ, क्योंकि जी, हमें आपका जल्दी से जल्दी बताना है इनको। तीन तीन पॉइंट्स हम्म, हैं। मुद्दा था एक, आप कह रहे हैं क्लब हाउस बन रहा है, वो तो जी। आपका पॉइंट जस्टिफाइड है, पर 3.5 साल अब से लगेंगे या 3.5 साल हो चुके? 3.5 साल सर कंस्ट्रक्शन चल रही है, फिनिशिंग एंड ऑल में 3 से 3.5 साल का समय लगेगा। और क्लब लगेंगे? हाउस है, वही मैं तो वो जो जी सीनियर ऑफिशियल्स हैं ना, वो चाह रहे थे कि उनके लिए बैठने के लिए कोई एक व्यवस्था जल्दी हो जाए, तो अगर वो हो सकती है या नहीं हो सकती है? हमने एक व्यवस्था का प्रस्ताव इनको दिया भी था कि आपको टेम्परेरी क्लब हम अरेंज करके देंगे, जिसमें से 50 से 60 लोग एक बारी में एक गैदरिंग कर सकते हैं। उसके अलावा अगर आपने कोई बड़ी गैदरिंग कर रही है तो, और या कोई जिम्नाजियम वगैरह को यूज करना है, तो आपके लिए फेज 1 क्लब ऑलरेडी तैयार फैमिली है। फैमिली फंक्शंस का उन्होंने मुद्दा नहीं उठाया। उन्होंने कहा था जो सीनियर ऑफिशियल्स हैं, जो रिटायर्ड पर्सोनल्स हैं, या जो भी रिटायर्ड लोग हैं, हम्म, एल्डरली मेल, जी वो कहीं पे टाइम स्पेंड करना चाहते हैं शाम का, तो वो उसके लिए कहते हैं क्लब हाउस इज़ द बेस्ट प्लेस। तो उसे थोड़ा सा अगर आप बिल्कुल जल्दी करवा सकते तो ये उनका था, तो हमने आपको कन्वे सर, कर उसके दिया। लिए हमने टाइमलाइन दे दी है। साढ़े और तीन अगर आप साल कैसे, हाँ, अगर आप कासिया विजिट ठीक है। करेंगे तो यहाँ के पार्क देखिए, मैं उसके उसमें बहुत अच्छे गजीबोज हैं, हाँ सिटिंग है, ठीक है। और हॉर्टिकल्चर बहुत अच्छे से मेंटेन किया हुआ है। हाँ वो इवनिंग कह रहे थे, में वो वन कैन बता रहे थे। इजीली सेकंड इनका स्पेंड द मुद्दा था टाइम। सर जनरेटर का, जनसेट का। कह रहे थे इलेक्ट्रिसिटी कट्स काफ़ी ज़्यादा लगते हैं गर्मियों में, जिसकी वजह से जी कईयों के पेरेंट्स जो हैं वो एल्डरली हैं, वो कह रहे थे ऑक्सीजन पंप नहीं चल रहा था हमारा उस दिन, क्योंकि जनरेटर भी नहीं चल रहा था, इलेक्ट्रिसिटी कट भी लग गया, दोनों चीज़ें हो गई, तो वो कुछ दिक्कत में आ गए थे। तो मतलब पिछला साल तो सभी के लिए मुश्किल भरा रहा है, तो सर थोड़ा सा उसके लिए मैं कपूर मैं साहब। मैं इस बात को पिछले साल की प्रॉब्लम मैंने जैसे आपको बताया कि मुझे कंपनी में अभी 3 से 4 महीने हुए हैं। जैसे ही मैं कंपनी ज्वाइन किया था, मैंने सबसे पहले इलेक्ट्रिफिकेशन को ही अटैक किया था। ठीक है। और आते ही हमने 2 नए डीजी सेट लिए हैं ठीक है। और हमने हर हर डीजी सेट का लोड एज पर साइड डिवाइड कर दिया है। अच्छा, आप तो कह मानेंगे, रहे थे जैसा कि मैं आपको शुरुआत में कह रहा था कि एक बार एकदम से बिल्डर हर चीज अवेल नहीं करा अवेल नहीं पाएगा। करा पाते। जैसे ठीक है। अगर एच टी डीजी सेट आना है सर, एच टी डीजी का सेटअप लगाने में कम से कम 6 से 7 महीने लगते हैं और मैन्युफैक्चरर को भी टाइम लग जाता है।
इन द मीनवाइल कंपनी ने इमीडिएटली इनके लिए 2 नए डीजी सेट यहाँ पर अवेल कराए हैं और उनके ऑटोमेटिक पैनल्स भी अवेल कराए हैं। तो अब एक दिन कुछ पिछले वीक की बात है कि 8 घंटे लाइट हमारी गई थी, 8 घंटे हमने बैकअप स्मूथली चलाया और हमारे पास एक भी कंप्लेंट नहीं थी। ठीक है, तो ये पॉइंट्स हैं। और तीसरा इनका पॉइंट था कि यहाँ पे कोई भी केमिस्ट नहीं है, कोई भी इनके पास ग्रोसरी की शॉप नहीं है आसपास, जबकि कहा गया था कि छोटे मोटे सामान के लिए अवेलेबिलिटी होनी चाहिए। 500 फैमिलीज यहाँ पे कह रहे थे रह रही हैं और इनके पास कोई भी ऐसा वेंडर नहीं है वहाँ पे जो जल्दी से हमें कुछ अवेल करा सके। इज इट ट्रू सर? ठीक है, और इज इट मैं इसके बारे में आपको 2 से 3 पॉइंट बताऊंगा इसका आंसर। जी। पहली बात तो इमीडिएट जो ग्रोसरी मटेरियल है उसके लिए हमने यहाँ पर 3 शॉप्स अवेल करा रखी हैं। दोज आर नॉट अ परमानेंट स्ट्रक्चर, बट हाँ, अगर आपको इमीडिएटली किसी कन्फेक्शनरी की चीज़ की जरूरत पड़ती है, यू कैन वॉक डाउन एंड आप इजीली उसको अवेल कर सकते हैं। दूसरा, हम लोकल वेंडर्स की जो कार्ट्स होती हैं उनको इनवाइट करते हैं सुबह कुछ टाइम के लिए, जो पूरा लेन्स में घूमती है और जिसको भी अपना एसेंशियल सामान चाहिए होता है वो ले सकता है। ठीक है। और तीसरा, यहाँ से सिर्फ 1 किलोमीटर दूर हमारा जो फेज 1 का प्रोजेक्ट है, वहाँ पर आपको हर तरह की सुविधा मिल रही है, चाहे वो मेडिकल है, चाहे केमिस्ट है, चाहे ग्रोसरी है, एवरीथिंग इज देयर। और हमने यहाँ पर कमर्शियल हब भी लॉन्च किया है जो कि सोल आउट हो रहा है। तो जैसे ही ओनर्स अपना कंस्ट्रक्शन करके उसको बनाएंगे तो धीरे धीरे यहाँ पर फैसिलिटीज आनी शुरू हो जाएंगी, बट टेम्परेरी फैसिलिटीज हम इनको अवेल कराते हैं। सर चलो, आपके पॉइंट्स हमने नोट कर लिए हैं और हम लोग ये भी जो हमारे व्यूअर्स हैं उनको सुनवा देंगे आपकी तरफ से जो स्टेटमेंट्स हैं। लेकिन हमारी तरफ से एक छोटी सी आपको वो है कि आप इनसे थोड़ा सा राब्ता रखिए, उनसे बात कीजिए, क्योंकि वो कह रहे हैं हमारे से डिस्कनेक्ट हो गए हैं। तो अगर आपने हमें इतनी अच्छी बातें बता दी हैं तो आपको अपने रेजिडेंट्स हैं उनको भी फेवर में लेना चाहिए और उन्हें बात करनी चाहिए उनसे। सर बिल्कुल, हम इनसे कांटेक्ट में हैं, बट जैसा कि मैंने आपको बताया, जो एक फैसिलिटी कंपनी है, जी। फैसिलिटी कंपनी रन ऑन दी मेंटेनेंस चार्जेस। अगर इन बातों को लेकर अगर मेंटेनेंस चार्जेस रोक देंगे, फैसिलिटी कंपनी कहाँ से वो कॉस्ट बेयर कर पाएगी? सर वो तो काफी स्टैंडर्ड हम दे रहे थे एक्चुअली, हम लोग जब हमें मिल ही नहीं रही है तो फिर हमने देने के थोड़ा सोचता ही है इंसान। तो एक चीज़ और थोड़ी सी, मैं कपूर साहब मुझे याद आ गया, इन्होंने पॉइंट बोला था, तो वो ये है कि जो हमें बनाने के वक्त, आपको तो 3-4 महीने हुए हैं, लेकिन जब जो प्रॉमिसेस सेल्स एग्जीक्यूटिव या मैनेजर ने किए होंगे वो ये था कि 10 फुट की अलमीरा मिलेगी मेन रूम में, जो कि दी गई है इनको 4 फीट की मतलब अलमीरा दी गई है। तो कह रहे 6 फीट की अलमीरा गायब है। तो उसके बारे में कोई पॉइंट है? ये मुझे कंस्ट्रक्शन टीम से एक बार चेक कराना पड़ेगा, बिकॉज आई एम अ फैसिलिटी गाय। ये मुद्दा काफी हद तक खत्म हो सकता है आपका, क्योंकि ये है आप रेजिडेंट के स्टे का मामला। अगर आप इसको भी कवर कर लेंगे तो, क्योंकि बाकी पॉइंट्स तो आप कर ही रहे हैं सर, आपने बता ही दिए हैं सारे, ये हम उन तक बिल्कुल। हमारे इलेक्ट्रिफिकेशन में भी हमने अभी 2 नए ट्रांसफार्मर्स मंगाए हैं, RME यूनिट्स मंगाए हैं। 1 से 1.5 करोड़ कंपनी अब तक 2 महीने में खर्च कर चुकी है इनके सुविधाओं के लिए। आप इतने अच्छे प्रोजेक्ट्स हमें बुलाते हैं, आप हर बार इन्वाइट करते हैं, आप हमें सारी अपनी प्रोजेक्शंस बताते भी हैं, बीकन स्ट्रीट के बारे में भी बताया आपने। तो जी। आप इनकी भी एक मीटिंग करके आप इन्हें थोड़ा बताइए कि आप। जी, हमारी बहुत जल्द एक मीटिंग कंडक्ट हमने की है, जो इसी हफ्ते होगी। उसके बाद कुछ ना कुछ जरूर वे आउट निकलेगा। थैंक यू कपूर साहब हमारे से बात करने के लिए, धन्यवाद आपका बहुत बहुत। ओके, थैंक यू।